ਮੇਰੇ ਵਿਆਹ ਨੂੰ ਹਲੇ ਇੱਕ ਹਫ਼ਤਾ ਹੀ ਹੋਇਆ ਸੀ ਕਿ ਮੈਂ ਆਪਣੀ ਨਣਦ ਦੀਆਂ ਹਰਕਤਾਂ ਤੋਂ ਪਰੇਸ਼ਾਨ ਹੋ ਗਈ ਸੀ। ਮੇਰਾ ਨਾਂ ਸਿਮਰਨ ਹੈ। ਮੇਰਾ ਵਿਆਹ ਜਿਸ ਘਰ ਵਿੱਚ ਹੋਇਆ ਸੀ ਉੱਥੇ ਮੇਰੀ ਨਣਦ ਤੋਂ ਇਲਾਵਾ ਹੋਰ ਕੋਈ ਨਹੀਂ ਸੀ। ਸਭ ਨੇ ਮੈਨੂੰ ਕਿਹਾ ਸੀ ਕਿ ਮੈਂ ਬਹੁਤ ਖੁਸ਼ਕਿਸਮਤ ਹਾਂ ਜੋ ਕਿ ਇੰਨੇ ਚੰਗੇ ਘਰ ਵਿੱਚ ਜਾ ਰਹੀ ਹਾਂ। ਇੱਥੇ ਨਾ ਤਾਂ ਕੋਈ ਸੱਸ ਹੈ ਅਤੇ ਨਾ ਹੀ ਦਰਾਣੀ ਜਠਾਣੀ, ਬਸ ਇੱਕ ਪਤਲੀ ਜਿਹੀ ਨਣਦ ਹੈ ਜਿਸ ਨੂੰ ਤੂੰ ਆਰਾਮ ਨਾਲ ਕਾਬੂ ਵਿੱਚ ਕਰ ਸਕਦੀ ਹੈ। ਮੈਂ ਵੀ ਇੱਕ ਆਮ ਜਿਹੀ ਕੁੜੀ ਸੀ। ਮੈਂ ਵੀ ਇਹੀ ਚਾਹੁੰਦੀ ਸੀ ਕਿ ਜੇਕਰ ਸੱਸ ਹੋਵੇ ਤਾਂ ਚੰਗੀ ਹੋਵੇ, ਨਹੀਂ ਤਾਂ ਨਾ ਹੀ ਹੋਵੇ। ਅਤੇ ਦਰਾਣੀ ਜਠਾਣੀ ਤਾਂ ਕਿਸ ਨੂੰ ਚੰਗੀ ਲੱਗਦੀ ਹੈ, ਉਹਨਾਂ ਸਭ ਦੀ ਤਾਂ ਆਪਣੀ ਆਪਣੀ ਜ਼ਿੰਦਗੀ ਹੁੰਦੀ ਹੈ। ਉਂਝ ਤਾਂ ਨਣਦ ਵੀ ਕਿਸੇ ਨੂੰ ਚੰਗੀ ਨਹੀਂ ਲੱਗਦੀ, ਪਰ ਚਲੋ ਮੈਂ ਉਦੋਂ ਤੱਕ ਉਸਦੇ ਨਾਲ ਚੰਗੀ ਤਰ੍ਹਾਂ ਰਹਾਂਗੀ ਜਦੋਂ ਤੱਕ ਉਹ ਮੇਰੇ ਨਾਲ ਕੋਈ ਬੁਰਾ ਸਲੂਕ ਨਹੀਂ ਕਰਦੀ। ਕੋਈ ਵੀ ਆਪਣੇ ਘਰ ਤੋਂ ਇਹ ਸੋਚ ਕੇ ਨਹੀਂ ਜਾਂਦਾ ਕਿ ਮੈਂ ਆਪਣੇ ਸਹੁਰੇ ਘਰ ਜਾ ਕੇ ਲੜਾਈਆਂ ਕਰਨੀਆਂ ਹਨ। ਇਹ ਤਾਂ ਆਪਸੀ ਵਰਤਾਓ ਅਤੇ ਸੁਭਾਅ ਹੁੰਦੇ ਹਨ ਜੋ ਇਨਸਾਨ ਨੂੰ ਮਜਬੂਰ ਕਰ ਦਿੰਦੇ ਹਨ। ਮੈਨੂੰ ਵੀ ਆਪਣੀ ਨਣਦ ਦੇ ਵਰਤਾਅ ਨੇ ਮਜਬੂਰ ਕੀਤਾ ਸੀ, ਬਲਕਿ ਇਸ ਨੂੰ ਉਸਦਾ ਵਰਤਾਓ ਨਹੀਂ ਉਸਦੀ ਆਦਤ ਕਹਿਣਾ ਚਾਹੀਦਾ ਹੈ। ਉਸ ਨੂੰ ਅਜੀਬੋ-ਗਰੀਬ ਕਿਸਮ ਦੀਆਂ ਹਰਕਤਾਂ ਕਰਨ ਦੀ ਆਦਤ ਸੀ। ਵਿਆਹ ਦੇ ਅਗਲੇ ਹੀ ਦਿਨ ਉਸਨੇ ਮੇਰੇ ਨਾਲ ਅਜੀਬ ਗੱਲ ਕਰ ਦਿੱਤੀ। ਉਸਨੇ ਕਿਹਾ ਕਿ ਤੁਹਾਡੇ ਬੈੱਡ ਦੀ ਚਾਦਰ ਅਤੇ ਗੱਦਾ ਧੋਣਾ ਪਵੇਗਾ। ਮੈਂ ਕਿਹਾ ਕਿ ਹਲੇ ਘਰ ਵਿੱਚ ਮਹਿਮਾਨ ਬੈਠੇ ਹਨ, ਤੂੰ ਇਹ ਸਭ ਕੁਝ ਕੀ ਕਰਨ ਲੱਗੀ ਹੈ, ਲੋਕ ਕੀ ਕਹਿਣਗੇ। ਉਸਨੇ ਕਿਹਾ ਕਿ ਤੁਸੀਂ ਪਰੇਸ਼ਾਨ ਨਾ ਹੋਵੋ, ਮੈਂ ਤੁਹਾਨੂੰ ਤਾਂ ਨਹੀਂ ਕਹਿ ਰਹੀ ਹਾਂ, ਤੁਸੀਂ ਦੁਲਹਨ ਹੋ, ਮੈਂ ਦੁਲਹਨ ਨਹੀਂ ਹਾਂ। ਮੈਂ ਕਿਹਾ ਕਿ ਗੱਲ ਦੁਲਹਨ ਹੋਣ ਦੀ ਨਹੀਂ ਹੈ। ਤੂੰ ਇਸ ਤਰ੍ਹਾਂ ਮੇਰੇ ਕਮਰੇ ਵਿੱਚੋਂ ਗੱਦਾ ਅਤੇ ਚਾਦਰ ਕੱਢ ਕੇ ਧੋਣਾ ਸ਼ੁਰੂ ਕਰ ਦੇਵੇਂਗੀ ਤਾਂ ਔਰਤਾਂ ਅਜੀਬੋ-ਗਰੀਬ ਕਿਸਮ ਦੀਆਂ ਗੱਲਾਂ ਕਰਨਗੀਆਂ। ਪਰ ਮੇਰੀ ਨਣਦ ਨੂੰ ਇਸ ਗੱਲ ਦੀ ਸਮਝ ਨਹੀਂ ਆਈ ਅਤੇ ਮੈਂ ਉਸਨੂੰ ਸਮਝਾ ਵੀ ਨਹੀਂ ਸਕੀ। ਉਹ ਮੇਰੇ ਕਮਰੇ ਵਿੱਚੋਂ ਗੱਦੇ ਅਤੇ ਚਾਦਰ ਕੱਢ ਕੇ ਸਭ ਦੇ ਸਾਹਮਣੇ ਧੋਣ ਲੱਗੀ, ਜਦੋਂ ਕਿ ਇਹ ਸਾਰੀਆਂ ਚੀਜ਼ਾਂ ਬਿਲਕੁਲ ਵੀ ਨਾਰਮਲ ਨਹੀਂ ਸਨ। ਸਾਰੀਆਂ ਔਰਤਾਂ ਮੈਨੂੰ ਹੀ ਦੇਖ ਰਹੀਆਂ ਸਨ ਅਤੇ ਮੇਰੇ ਉੱਪਰ ਹੱਸ ਰਹੀਆਂ ਸਨ ਅਤੇ ਇੱਕ ਦੂਜੇ ਦੇ ਕੰਨਾਂ ਵਿੱਚ ਗੱਲ ਕਰ ਰਹੀਆਂ ਸਨ। ਹੁਣ ਮੈਂ ਆਪਣੀ ਨਣਦ ਨੂੰ ਕੀ ਸਮਝਾਉਂਦੀ ਕਿ ਇਸ ਤਰ੍ਹਾਂ ਦੀਆਂ ਗੱਲਾਂ ਦਾ ਕੀ ਮਤਲਬ ਹੁੰਦਾ ਹੈ, ਪਰ ਉਹ ਇੰਨੀ ਬੇਵਕੂਫ ਨਹੀਂ ਸੀ। ਅੱਜ ਕੱਲ੍ਹ ਸਭ ਨੂੰ ਉਹਨਾਂ ਗੱਲਾਂ ਦਾ ਪਤਾ ਹੁੰਦਾ ਹੈ। ਫਿਰ ਉਹ ਇਸ ਤਰ੍ਹਾਂ ਦੀਆਂ ਹਰਕਤਾਂ ਕਿਉਂ ਕਰ ਰਹੀ ਸੀ? ਕੀ ਉਹ ਮੈਨੂੰ ਸਭ ਦੇ ਸਾਹਮਣੇ ਸ਼ਰਮਿੰਦਾ ਕਰਵਾਉਣਾ ਚਾਹੁੰਦੀ ਸੀ? ਅਤੇ ਉਹ ਇਸ ਵਿੱਚ ਕਾਮਯਾਬ ਵੀ ਰਹੀ। ਪਰ ਮੈਂ ਇਸ ਗੱਲ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ ਅਤੇ ਉਸਨੂੰ ਭੁੱਲ ਗਈ। ਫਿਰ ਉਸ ਤੋਂ ਬਾਅਦ ਉਸਨੇ ਇੱਕ ਅਜਿਹਾ ਕੰਮ ਕੀਤਾ ਜਿਸ ਨੂੰ ਮੈਂ ਨਜ਼ਰਅੰਦਾਜ਼ ਨਹੀਂ ਕਰ ਸਕਦੀ ਸੀ। ਉਂਝ ਤਾਂ ਮੇਰੀ ਨਣਦ ਬਹੁਤ ਚੰਗੀ ਸੀ। ਸਵੇਰੇ ਉੱਠ ਕੇ ਸਾਰੇ ਘਰ ਦਾ ਕੰਮ ਕਰਦੀ ਸੀ, ਸਾਰੇ ਘਰ ਨੂੰ ਸਾਫ਼ ਕਰਦੀ ਸੀ, ਇੱਕ ਇੱਕ ਕੋਣੇ ਦੀ ਸਫਾਈ ਕਰਦੀ ਸੀ ਅਤੇ ਇਹ ਸਭ ਕੁਝ ਉਹ ਆਪ ਹੀ ਕਰਦੀ ਸੀ। ਮੈਨੂੰ ਕਹਿੰਦੀ ਸੀ ਕਿ ਬਾਕੀ ਕੰਮ ਤੁਸੀਂ ਖੁਦ ਦੇਖ ਲਓ, ਪਰ ਉਸ ਦੀਆਂ ਹਰਕਤਾਂ ਕੁਝ ਅਜੀਬ ਜਿਹੀਆਂ ਸਨ। ਉਹ ਜ਼ਰੂਰਤ ਤੋਂ ਜ਼ਿਆਦਾ ਹੀ ਅਜੀਬ ਸੀ। ਮੈਨੂੰ ਖਾਨਦਾਨ ਦੀਆਂ ਕੁਝ ਔਰਤਾਂ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਇਹ ਜੋ ਤੇਰੀ ਨਣਦ ਹੈ ਇਸ ਦਾ ਸੁਭਾਅ ਕੁਝ ਵੱਖਰਾ ਹੀ ਹੈ, ਤੇਰਾ ਇਸ ਨਾਲ ਗੁਜ਼ਾਰਾ ਨਹੀਂ ਹੋਵੇਗਾ। ਮੈਂ ਕਿਹਾ ਕਿ ਅਜਿਹਾ ਕੁਝ ਨਹੀਂ ਹੈ। ਮੈਨੂੰ ਲੱਗਿਆ ਕਿ ਅਸੀਂ ਇੱਕ ਪਰਿਵਾਰ ਹਾਂ ਅਤੇ ਸਾਨੂੰ ਦੂਜਿਆਂ ਦੀਆਂ ਗੱਲਾਂ ਵਿੱਚ ਨਹੀਂ ਆਉਣਾ ਚਾਹੀਦਾ। ਮੇਰਾ ਪਤੀ ਵੀ ਇੱਕ ਚੰਗਾ ਇਨਸਾਨ ਸੀ, ਉਹ ਮੇਰੀ ਬਹੁਤ ਇੱਜ਼ਤ ਕਰਦਾ ਸੀ, ਇਸ ਲਈ ਮੈਂ ਆਪਣੇ ਪਤੀ ਨਾਲ ਵੀ ਉਸਦੀ ਕੋਈ ਗੱਲ ਨਹੀਂ ਕਰਦੀ ਸੀ। ਹਾਲੇ ਮੇਰੇ ਵਿਆਹ ਨੂੰ 2 ਹਫ਼ਤੇ ਹੀ ਹੋਏ ਸਨ ਕਿ ਘਰ ਵਿੱਚ ਇੱਕ ਅਜੀਬ ਹਰਕਤ ਹੋਣ ਲੱਗੀ ਅਤੇ ਅਜਿਹਾ ਕੰਮ ਕਰਨ ਵਾਲੀ ਹੋਰ ਕੌਣ ਹੋ ਸਕਦੀ ਸੀ? ਉਹ ਮੇਰੀ ਨਣਦ ਹੀ ਸੀ। ਮੈਂ ਜਿਵੇਂ ਹੀ ਨਹਾ ਕੇ ਬਾਹਰ ਨਿਕਲਦੀ ਤਾਂ ਉਹ ਪਹਿਲਾਂ ਤੋਂ ਹੀ ਬਾਥਰੂਮ ਦੇ ਬਾਹਰ ਬੈਠੀ ਹੁੰਦੀ ਸੀ। ਉਸ ਘਰ ਵਿੱਚ ਇੱਕ ਹੀ ਬਾਥਰੂਮ ਸੀ। ਪਹਿਲੀ ਗੱਲ ਤਾਂ ਇਹ ਸੀ ਕਿ ਉਹ ਉਸੇ ਟਾਈਮ ਹੀ ਕਿਉਂ ਬਾਥਰੂਮ ਦੇ ਬਾਹਰ ਬੈਠਦੀ ਸੀ ਜਦੋਂ ਮੈਂ ਨਹਾਉਣਾ ਹੁੰਦਾ ਸੀ। ਉਹ ਕਿਸੇ ਹੋਰ ਟਾਈਮ ਵੀ ਤਾਂ ਬਾਥਰੂਮ ਵਿੱਚ ਜਾ ਕੇ ਨਹਾ ਸਕਦੀ ਸੀ। ਦੂਸਰੀ ਗੱਲ ਅਜੀਬ ਇਹ ਸੀ ਕਿ ਜਦੋਂ ਮੈਂ ਉਸਨੂੰ ਵੇਖਿਆ ਤਾਂ ਮੈਂ ਹੈਰਾਨ ਰਹਿ ਗਈ। ਉਸਨੇ ਆਪਣੇ ਹੱਥਾਂ ਵਿੱਚ ਸਫੇਦ ਰੰਗ ਦੇ ਦਸਤਾਨੇ ਚੜ੍ਹਾਏ ਹੋਏ ਸਨ। ਇਸ ਤਰ੍ਹਾਂ ਦੇ ਦਸਤਾਨੇ ਤਾਂ ਸਿਰਫ ਡਾਕਟਰ ਪਾਉਂਦੇ ਸਨ, ਪਰ ਉਸਨੇ ਇਸ ਗੱਲ ਨੂੰ ਬਿਲਕੁਲ ਹੀ ਨਾਰਮਲ ਲਿਆ ਹੋਇਆ ਸੀ। ਮੈਂ ਕਿਹਾ ਇਹ ਕੀ ਹੈ, ਤਾਂ ਉਸਨੇ ਮੇਰੇ ਵੱਲ ਦੇਖਿਆ ਅਤੇ ਬੋਲੀ, ਦਸਤਾਨੇ ਹਨ। ਬਸ ਇੰਨਾ ਕਹਿ ਕੇ ਉਹ ਉੱਥੋਂ ਚਲੀ ਗਈ। ਇਹ ਤਾਂ ਮੈਨੂੰ ਵੀ ਪਤਾ ਹੈ ਕਿ ਦਸਤਾਨੇ ਹਨ, ਪਰ ਉਹ ਬਾਥਰੂਮ ਵਿੱਚ ਜਾਣ ਤੋਂ ਪਹਿਲਾਂ ਦਸਤਾਨੇ ਕਿਉਂ ਪਾ ਕੇ ਜਾ ਰਹੀ ਸੀ? ਉਸਨੇ ਮੈਨੂੰ ਕਿਹਾ ਕਿ ਮੈਂ ਨਹਾਉਣ ਜਾ ਰਹੀ ਹਾਂ, ਤੁਸੀਂ ਰੋਟੀ ਬਣਾ ਲਿਓ, ਅਤੇ ਉਹ ਨਹਾਉਣ ਚਲੀ ਗਈ।
ਮੇਰੀ ਨਣਦ ਨੇ ਨਹਾਉਂਦੇ ਹੋਏ 2 ਘੰਟੇ ਲਗਾ ਦਿੱਤੇ। 2 ਘੰਟੇ ਕਹਿਣ ਵਿੱਚ ਆਸਾਨ ਲੱਗਦੇ ਹਨ, ਪਰ ਨਹਾਉਂਦੇ ਹੋਏ ਕੋਈ ਵੀ ਇੰਨਾ ਸਮਾਂ ਨਹੀਂ ਲਗਾਉਂਦਾ। 2 ਘੰਟੇ ਬਾਅਦ ਜਦੋਂ ਉਹ ਨਹਾ ਕੇ ਵਾਪਸ ਆਈ ਤਾਂ ਨੌਰਮਲ ਲੱਗ ਰਹੀ ਸੀ। ਅਜਿਹਾ ਵੀ ਕੁਝ ਨਹੀਂ ਸੀ। ਉਹ ਨਾਲ-ਨਾਲ ਬਾਥਰੂਮ ਵੀ ਧੋ ਰਹੀ ਸੀ। ਪਤਾ ਨਹੀਂ ਉਸਦੀਆਂ ਹਰਕਤਾਂ ਇੰਨੀਆਂ ਅਜੀਬ ਕਿਉਂ ਸਨ। ਇੱਕ ਦਿਨ ਰਾਤ ਨੂੰ ਮੈਂ ਆਪਣੇ ਕਮਰੇ ਵਿੱਚ ਬੈਠੀ ਸੀ। ਮੇਰੇ ਪਤੀ ਅਕਸਰ ਰਾਤ ਨੂੰ ਦੇਰ ਨਾਲ ਹੀ ਘਰ ਆਉਂਦੇ ਸੀ। ਉਂਝ ਤਾਂ ਉਸ ਘਰ ਵਿੱਚ ਬਹੁਤ ਬੇਚੈਨੀ ਹੁੰਦੀ ਸੀ। ਅਜੀਬ ਜਿਹੀ ਚੁੱਪੀ ਫੈਲੀ ਰਹਿੰਦੀ ਸੀ। ਮੇਰੀ ਨਣਦ ਆਪਣੇ ਕਮਰੇ ਵਿੱਚ ਬੈਠ ਜਾਂਦੀ ਸੀ ਅਤੇ ਮੈਂ ਆਪਣੇ ਕਮਰੇ ਵਿੱਚ। ਮੇਰਾ ਪਤੀ ਸਵੇਰ ਦਾ ਗਿਆ ਸ਼ਾਮ ਨੂੰ ਆਉਂਦਾ ਅਤੇ ਕੰਮਾਂ ਵਿੱਚ ਅੱਧਾ ਦਿਨ ਗੁਜ਼ਰ ਜਾਂਦਾ। ਪਰ ਇਨਸਾਨ ਪੂਰਾ ਦਿਨ ਵੀ ਤਾਂ ਕੰਮ ਨਹੀਂ ਕਰ ਸਕਦਾ ਅਤੇ ਫ਼ੋਨ 'ਤੇ ਵੀ ਕਿੰਨੀ ਦੇਰ ਬੈਠ ਸਕਦਾ ਹੈ। ਮੈਨੂੰ ਤਾਂ ਅਜੀਬ ਜਿਹੀ ਬੇਚੈਨੀ ਹੁੰਦੀ ਸੀ। ਮੈਂ ਆਪਣੇ ਪਤੀ ਨੂੰ ਕਿਹਾ ਤਾਂ ਉਹ ਕਹਿਣ ਲੱਗਿਆ ਕਿ ਤੁਸੀਂ ਔਰਤਾਂ ਤਾਂ ਕਿਤੇ ਵੀ ਖੁਸ਼ ਨਹੀਂ ਹੁੰਦੀਆਂ। ਜੇਕਰ ਜੁਆਇੰਟ ਫੈਮਿਲੀ ਵਿੱਚ ਵਿਆਹ ਹੋ ਜਾਵੇ ਤਾਂ ਕਹਿੰਦੀਆਂ ਹਨ ਕਿ ਇੰਨੇ ਸਾਰੇ ਲੋਕ ਹਨ, ਅਸੀਂ ਉਹਨਾਂ ਦੀਆਂ ਰੋਟੀਆਂ ਬਣਾਉਂਦੀਆਂ ਥੱਕ ਜਾਂਦੀਆਂ ਹਾਂ, ਆਰਾਮ ਕਦੋਂ ਕਰੀਏ। ਘਰ ਵਾਲਿਆਂ ਦੀਆਂ ਗੱਲਾਂ ਨਾਲ ਸਾਡੇ ਸਿਰ ਵਿੱਚ ਦਰਦ ਹੁੰਦਾ ਹੈ। ਸਾਡੀ ਕੋਈ ਪ੍ਰਾਈਵੇਸੀ ਨਹੀਂ ਹੈ ਅਤੇ ਜੇਕਰ ਅਲੱਗ ਘਰ ਵਿੱਚ ਵਿਆਹ ਹੋ ਜਾਵੇ ਤਾਂ ਕਹਿੰਦੀਆਂ ਹਨ ਇੱਥੇ ਤਾਂ ਆਰਾਮ ਬਹੁਤ ਹੈ, ਅਸੀਂ ਬੋਰ ਹੋ ਰਹੀ ਹਾਂ, ਅਸੀਂ ਆਦਮੀ ਜਾਈਏ ਤਾਂ ਜਾਈਏ ਕਿੱਥੇ। ਆਪਣੇ ਪਤੀ ਦੀ ਇਸ ਗੱਲ 'ਤੇ ਮੈਂ ਬਹੁਤ ਹੱਸਦੀ ਸੀ। ਬਾਹਰੋਂ ਮੋਟਰਸਾਈਕਲ ਦੀ ਆਵਾਜ਼ ਆਈ। ਸ਼ਾਇਦ ਮੇਰਾ ਪਤੀ ਆ ਗਿਆ ਸੀ, ਪਰ ਉਹ ਉੱਪਰ ਨਹੀਂ ਆਇਆ ਸੀ। ਇੱਥੋਂ ਤੱਕ ਕਿ 10 ਮਿੰਟ ਹੋ ਚੁੱਕੇ ਸਨ ਅਤੇ ਥੋੜ੍ਹੀ ਦੇਰ ਬਾਅਦ ਮੈਨੂੰ ਮੇਰੇ ਪਤੀ ਦੀ ਆਵਾਜ਼ ਆਈ। ਮੇਰਾ ਪਤੀ ਮੈਨੂੰ ਉੱਚੀ-ਉੱਚੀ ਆਵਾਜ਼ਾਂ ਮਾਰ ਰਿਹਾ ਸੀ। ਮੈਂ ਪੌੜੀਆਂ ਤੋਂ ਨੀਚੇ ਆਈ ਤਾਂ ਮੇਰੀ ਨਣਦ ਵੀ ਉੱਥੇ ਹੀ ਖੜੀ ਸੀ। ਮੇਰੇ ਪਤੀ ਦੇ ਚਿਹਰੇ 'ਤੇ ਗੁੱਸਾ ਸੀ। ਮੈਂ ਸਮਝ ਗਈ ਸੀ ਕਿ ਉਸੇ ਨੇ ਹੀ ਕੋਈ ਅੱਗ ਲਗਾਈ ਹੋਵੇਗੀ ਅਤੇ ਹੁਣ ਮੇਰੀ ਕਲਾਸ ਲੱਗ ਜਾਵੇਗੀ। ਪਰ ਮੇਰੇ ਸੋਚਣ 'ਤੇ ਵੀ ਯਾਦ ਨਹੀਂ ਆ ਰਿਹਾ ਸੀ ਕਿ ਮੈਂ ਕੀ ਗਲਤੀ ਕੀਤੀ ਸੀ। ਮੇਰੇ ਪਤੀ ਨੇ ਕਿਹਾ ਕਿ ਇਹ ਰੋ ਕਿਉਂ ਰਹੀ ਹੈ, ਤੂੰ ਇਸ ਨੂੰ ਕੀ ਕਿਹਾ ਹੈ। ਮੈਂ ਕਿਹਾ ਕਿ ਮੈਨੂੰ ਕੀ ਪਤਾ ਇਹ ਕਿਉਂ ਰੋ ਰਹੀ ਹੈ, ਤੁਸੀਂ ਆਪ ਹੀ ਪੁੱਛ ਲਓ। ਉਹ ਰੋਂਦੇ-ਰੋਂਦੇ ਕਹਿਣ ਲੱਗੀ, ਸਾਰਾ ਦਿਨ ਮੈਂ ਘਰ ਦੇ ਕੰਮ ਕਰਦੀ ਹਾਂ, ਇਸ ਘਰ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦੀ ਹਾਂ। ਘੱਟ ਤੋਂ ਘੱਟ ਇਹ ਆਪਣੇ ਹਿੱਸੇ ਦਾ ਕੰਮ ਤਾਂ ਕਰ ਸਕਦੀ ਹੈ, ਪਰ ਇਹ ਅਜਿਹਾ ਵੀ ਨਹੀਂ ਕਰਦੀ। ਜੇਕਰ ਮੈਂ ਇਸ ਨਾਲ ਗੱਲ ਕਰਦੀ ਤਾਂ ਲੜਾਈ ਹੋ ਜਾਂਦੀ। ਮੈਂ ਕਿਹਾ ਕਿ ਮੈਂ ਅਜਿਹਾ ਕਿਹੜਾ ਕੰਮ ਨਹੀਂ ਕੀਤਾ। ਤੂੰ ਮੈਨੂੰ ਰੋਟੀ ਬਣਾਉਣ ਲਈ ਕਿਹਾ ਸੀ, ਰਸੋਈ ਸਾਫ਼ ਕਰਨ ਲਈ ਕਿਹਾ ਸੀ, ਮੈਂ ਉਹ ਵੀ ਕਰ ਦਿੱਤਾ। ਤੂੰ ਹੋਰ ਕੀ ਚਾਹੁੰਦੀ ਹੈ। ਤਾਂ ਉਹ ਕਹਿਣ ਲੱਗੀ ਕਿ ਇਸਨੇ ਰਸੋਈ ਸਾਫ਼ ਨਹੀਂ ਕੀਤੀ, ਜਦੋਂ ਕਿ ਇਹ ਗੱਲ ਬਿਲਕੁਲ ਝੂਠ ਸੀ। ਮੈਂ ਆਪਣੇ ਪਤੀ ਵੱਲ ਦੇਖਿਆ ਅਤੇ ਕਿਹਾ, ਮੈਂ ਰਸੋਈ ਸਾਫ਼ ਕਰ ਦਿੱਤੀ ਸੀ, ਆਪਣੇ ਹਿੱਸੇ ਦੇ ਸਾਰੇ ਕੰਮ ਕਰ ਦਿੱਤੇ ਹਨ। ਮੇਰੇ ਪਤੀ ਨੇ ਕਿਹਾ, ਬਹਿਸ ਨਾ ਕਰ, ਜਾ ਕੇ ਕੰਮ ਕਰ। ਮੈਨੂੰ ਘਰ ਵਿੱਚ ਲੜਾਈ ਨਹੀਂ ਚਾਹੀਦੀ। ਤੁਸੀਂ ਘਰ ਵਿੱਚ ਸਿਰਫ 2 ਔਰਤਾਂ ਹੋ। ਜੇਕਰ ਫਿਰ ਵੀ ਇਸ ਘਰ ਦਾ ਮਾਹੌਲ ਖਰਾਬ ਹੋਇਆ ਤਾਂ ਮੈਂ ਦੋਨਾਂ ਨਾਲ ਸਖਤੀ ਨਾਲ ਪੇਸ਼ ਆਵਾਂਗਾ। ਮੈਂ ਥੱਕਿਆ ਹਾਰਿਆ ਆਉਂਦਾ ਹਾਂ ਅਤੇ ਫਿਰ ਤੁਹਾਡੀਆਂ ਲੜਾਈਆਂ ਸੁਣਾ। ਮੈਂ ਰਸੋਈ ਵਿੱਚ ਚਲੀ ਗਈ ਅਤੇ ਜਦੋਂ ਸਾਹਮਣੇ ਦੇਖਿਆ ਤਾਂ ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ, ਕਿਉਂਕਿ ਰਸੋਈ ਤਾਂ ਬਿਲਕੁਲ ਸਾਫ਼ ਸੀ। ਮੇਰੇ ਗਲੇ ਵਿੱਚੋਂ ਆਵਾਜ਼ ਨਿਕਲਦੇ ਰਹਿ ਗਈ। ਦਿਲ ਤਾਂ ਕੀਤਾ ਕਿ ਹੁਣੇ ਆਪਣੇ ਪਤੀ ਅਤੇ ਨਣਦ ਨੂੰ ਬੁਲਾਵਾਂ ਤੇ ਪੁੱਛਾਂ ਕਿ ਕਿੱਥੇ ਗੰਦਗੀ ਪਈ ਹੈ, ਪਰ ਫਿਰ ਸੋਚਿਆ ਕਿ ਉਸਨੇ ਜੋ ਕਰਨਾ ਸੀ ਉਹ ਕਰ ਚੁੱਕੀ ਹੈ। ਮੇਰੇ ਪਤੀ ਦੇ ਸਾਹਮਣੇ ਮੈਨੂੰ ਸ਼ਰਮਿੰਦਾ ਕਰ ਦਿੱਤਾ ਅਤੇ ਝਿੜਕਾਂ ਵੀ ਪਵਾ ਦਿੱਤੀਆਂ ਹਨ। ਹੁਣ ਗੱਲ ਕਰਨ ਦਾ ਕੀ ਫਾਇਦਾ ਹੈ। ਰਸੋਈ ਬਿਲਕੁਲ ਸਾਫ਼ ਸੀ, ਇਸ ਲਈ ਮੈਂ ਵਾਪਸ ਆਪਣੇ ਕਮਰੇ ਵਿੱਚ ਆ ਗਈ। ਪਤੀ ਨੇ ਪੁੱਛਿਆ ਕਿ ਤੂੰ ਕੰਮ ਕਰ ਦਿੱਤਾ ਹੈ, ਤਾਂ ਮੈਂ ਕਿਹਾ ਕਿ ਹਾਂ ਕਰ ਦਿੱਤਾ ਹੈ ਤੇ ਚੁੱਪਚਾਪ ਸੌਂ ਗਈ। ਪਰ ਉਸ ਤੋਂ ਬਾਅਦ ਮੈਂ ਸੋਚਣ ਲੱਗੀ ਕਿ ਮੇਰੀ ਨਣਦ ਨੇ ਅਜਿਹਾ ਕਿਉਂ ਕੀਤਾ ਹੈ। ਲੱਗਦਾ ਹੈ ਉਹ ਮੈਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਹ ਚਾਹੁੰਦੀ ਹੈ ਕਿ ਮੈਂ ਉਸਦੇ ਸਾਹਮਣੇ ਨਾ ਬੋਲ ਸਕਾਂ, ਪਰ ਮੈਂ ਅਜਿਹਾ ਕਿਸੇ ਵੀ ਕੀਮਤ 'ਤੇ ਨਹੀਂ ਹੋਣ ਦੇ ਸਕਦੀ ਸੀ, ਕਿਉਂਕਿ ਇਹ ਘਰ ਮੇਰਾ ਵੀ ਸੀ। ਮੈਂ ਆਪਣੇ ਪਤੀ ਨੂੰ ਕਿਹਾ ਕਿ ਤੁਸੀਂ ਆਪਣੀ ਭੈਣ ਦਾ ਵਿਆਹ ਕਿਉਂ ਨਹੀਂ ਕਰਦੇ, ਤਾਂ ਉਹ ਕਹਿਣ ਲੱਗੇ ਇਹ ਵਿਆਹ ਨਹੀਂ ਕਰਵਾਉਣਾ ਚਾਹੁੰਦੀ। ਮੈਂ ਕਿਹਾ ਇਹ ਕੀ ਗੱਲ ਹੋਈ। ਉਹ ਕਹਿੰਦੀ ਹੈ ਅਤੇ ਤੁਸੀਂ ਮੰਨ ਗਏ, ਜੇਕਰ ਉਸਦਾ ਵਿਆਹ ਨਹੀਂ ਕਰੋਗੇ ਤਾਂ ਲੋਕ ਸਾਡੇ ਬਾਰੇ ਵਿੱਚ ਗੱਲਾਂ ਕਰਨਗੇ ਕਿ ਭਾਈ ਅਤੇ ਭਾਬੀ ਨੇ ਇਸ ਨੂੰ ਨੌਕਰਾਣੀ ਬਣਾ ਕੇ ਰੱਖਿਆ ਹੋਇਆ ਹੈ, ਇਸੇ ਲਈ ਉਸਦਾ ਵਿਆਹ ਨਹੀਂ ਕਰ ਰਹੇ ਹਨ। ਮੇਰੇ ਪਤੀ ਨੇ ਕਿਹਾ ਕਿ ਮੈਂ ਤਾਂ ਇਸ ਗੱਲ ਤੋਂ ਬਹੁਤ ਪਰੇਸ਼ਾਨ ਹਾਂ, ਪਰ ਉਹ ਵਿਆਹ ਨਹੀਂ ਕਰਵਾਉਣਾ ਚਾਹੁੰਦੀ। ਮੈਂ ਉਸ ਨਾਲ ਜ਼ਿਆਦਾ ਗੱਲ ਨਹੀਂ ਕਰ ਸਕਦਾ, ਤੂੰ ਆਪ ਹੀ ਉਸ ਨਾਲ ਗੱਲ ਕਰ ਲੈ। ਤੂੰ ਔਰਤ ਹੈ, ਤੇਰੀ ਗੱਲ ਜ਼ਰੂਰ ਮੰਨ ਜਾਵੇਗੀ।
ਜਦੋਂ ਕਿ ਮੈਂ ਦਿਲ ਵਿੱਚ ਸੋਚਿਆ ਕਿ ਉਹ ਤਾਂ ਇੱਕ ਪਾਸੇ ਮੇਰੇ ਖਿਲਾਫ ਪਲਾਨ ਬਣਾ ਰਹੀ ਹੈ, ਉਹ ਮੇਰੀ ਗੱਲ ਕੀ ਮੰਨੇਗੀ। ਪਰ ਮੈਂ ਉਸ ਨਾਲ ਗੱਲ ਜ਼ਰੂਰ ਕਰਾਂਗੀ ਕਿ ਉਹ ਵਿਆਹ ਕਿਉਂ ਨਹੀਂ ਕਰਵਾਉਣਾ ਚਾਹੁੰਦੀ। ਅਗਲੇ ਦਿਨ ਮੇਰੀ ਨਣਦ ਬੈਠੀ ਬਰਤਨ ਧੋ ਰਹੀ ਸੀ ਤਾਂ ਮੈਂ ਉਸਨੂੰ ਗੱਲਾਂ-ਗੱਲਾਂ ਵਿੱਚ ਪੁੱਛਿਆ ਕਿ ਤੂੰ ਵਿਆਹ ਕਿਉਂ ਨਹੀਂ ਕਰਵਾਉਣਾ ਚਾਹੁੰਦੀ। ਤਾਂ ਉਸਨੇ ਅਜੀਬ ਜਿਹਾ ਜਵਾਬ ਦਿੱਤਾ। ਉਸਨੇ ਕਿਹਾ ਕਿ ਵਿਆਹ ਬਹੁਤ ਅਜੀਬ ਕੰਮ ਹੈ। ਮੈਂ ਕਿਹਾ ਅਜੀਬ ਕੰਮ ਤੋਂ ਕੀ ਮਤਲਬ ਹੈ। ਤਾਂ ਉਹ ਕਹਿਣ ਲੱਗੀ ਕਿ ਵਿਆਹ ਮੇਰੇ ਲਈ ਨਹੀਂ ਬਣਿਆ ਹੈ, ਮੈਂ ਵਿਆਹ ਨਹੀਂ ਕਰਾਂਗੀ। ਮੈਨੂੰ ਵਿਆਹ ਤੋਂ ਬਾਅਦ ਦੀ ਰੁਟੀਨ ਪਸੰਦ ਨਹੀਂ ਹੈ। ਨਣਦ ਨਾਲ ਗੱਲਾਂ ਕਰਦੇ ਹੋਏ ਮੈਂ ਧਿਆਨ ਦਿੱਤਾ ਕਿ ਉਹ ਭਾਂਡਿਆਂ ਨੂੰ ਕੁਝ ਜ਼ਿਆਦਾ ਹੀ ਸਾਫ਼ ਕਰ ਰਹੀ ਸੀ। ਇੱਕ ਭਾਂਡੇ ਨੂੰ 2-2 ਵਾਰ ਧੋ ਰਹੀ ਸੀ। ਖੈਰ, ਮੇਰੀ ਨਣਦ ਨੇ ਇਹ ਵੀ ਰੁਟੀਨ ਬਣਾਈ ਹੋਈ ਸੀ ਕਿ ਜਦੋਂ ਮੈਂ ਬਾਥਰੂਮ ਵਿੱਚ ਨਹਾਉਣ ਜਾਂਦੀ ਤਾਂ ਉਹ ਵੀ ਪਹਿਲਾਂ ਤੋਂ ਹੀ ਬਾਹਰ ਬੈਠ ਜਾਂਦੀ ਸੀ। ਮੈਨੂੰ ਬਾਥਰੂਮ ਵਿੱਚੋਂ ਹੀ ਉਸਦੇ ਪੈਰ ਨਜ਼ਰ ਆਉਣੇ ਸ਼ੁਰੂ ਹੋ ਜਾਂਦੇ ਸਨ। ਮੇਰੇ ਬਾਹਰ ਆਉਂਦੇ ਹੀ ਉਹ ਬਾਥਰੂਮ ਦੇ ਅੰਦਰ ਚਲੀ ਜਾਂਦੀ। ਉਸਦੇ ਹੱਥਾਂ ਵਿੱਚ ਦਸਤਾਨੇ ਅਤੇ ਮੂੰਹ 'ਤੇ ਮਾਸਕ ਲੱਗਿਆ ਹੁੰਦਾ ਸੀ। ਪਰ ਇਹ ਸਮਝ ਨਹੀਂ ਆਉਂਦਾ ਸੀ ਕਿ ਉਹ ਕੀ ਕਰਨਾ ਚਾਹੁੰਦੀ ਸੀ। ਕੀ ਉਹ ਮੈਨੂੰ ਇਹ ਮਹਿਸੂਸ ਕਰਾਉਣਾ ਚਾਹੁੰਦੀ ਸੀ ਕਿ ਮੈਂ ਬਾਥਰੂਮ ਵਿੱਚ ਕੁਝ ਅਜਿਹਾ ਕਰ ਦਿੱਤਾ ਹੈ ਜੋ ਉਹ ਬਰਦਾਸ਼ਤ ਨਹੀਂ ਕਰ ਸਕਦੀ। ਖੈਰ, ਇਸੇ ਤਰ੍ਹਾਂ ਦਿਨ ਬੀਤਣ ਲੱਗੇ ਅਤੇ ਇੱਕ ਦਿਨ ਕੁਝ ਬਹੁਤ ਹੀ ਅਜੀਬ ਹਰਕਤ ਹੋਈ। ਉਂਝ ਤਾਂ ਮੇਰੀ ਆਦਤ ਸੀ ਕਿ ਜਦੋਂ ਮੈਂ ਨਹਾਉਣ ਜਾਂਦੀ ਤਾਂ ਬਦਲੇ ਹੋਏ ਗੰਦੇ ਕੱਪੜਿਆਂ ਨੂੰ ਚੰਗੀ ਤਰ੍ਹਾਂ ਲਪੇਟ ਕੇ ਸਾਰੀਆਂ ਚੀਜ਼ਾਂ ਚੁੱਕ ਕੇ ਬਾਹਰ ਆ ਜਾਂਦੀ ਸੀ। ਪਰ ਅੱਜ ਮੈਂ ਬਹੁਤ ਜਲਦੀ ਵਿੱਚ ਸੀ ਕਿਉਂਕਿ ਮੇਰੇ ਪਤੀ ਦਾ ਫੋਨ ਆ ਗਿਆ ਸੀ। ਮੇਰੇ ਪਤੀ ਨੇ ਮੈਨੂੰ ਕਿਹਾ ਕਿ ਤੂੰ ਅੱਜ ਤਿਆਰ ਰਹੀਂ, ਮੈਨੂੰ ਅੱਧੇ ਦਿਨ ਦੀ ਛੁੱਟੀ ਮਿਲੀ ਹੈ, ਆਪਾਂ ਕਿਤੇ ਘੁੰਮਣ ਜਾਵਾਂਗੇ। ਇਸ ਲਈ ਮੈਂ ਫਟਾਫਟ ਨਹਾ ਕੇ ਤਿਆਰ ਵੀ ਹੋਣਾ ਸੀ। ਵਿਆਹ ਦੇ ਸ਼ੁਰੂ ਦੇ ਦਿਨ ਸਨ, ਇਸ ਲਈ ਮੈਂ ਬਹੁਤ ਸੋਹਣੀ ਲੱਗਣਾ ਚਾਹੁੰਦੀ ਸੀ। ਕਦੇ-ਕਦੇ ਤਾਂ ਮੈਨੂੰ ਇੰਝ ਲੱਗਦਾ ਸੀ ਕਿ ਮੇਰੀ ਨਣਦ ਮੇਰੀ ਖੂਬਸੂਰਤੀ ਤੋਂ ਜਲਦੀ ਹੈ, ਇਸੇ ਲਈ ਮੇਰੇ ਖਿਲਾਫ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੀ ਹੈ। ਜਲਦੀ ਵਿੱਚ ਅੱਜ ਮੈਂ ਗੰਦੇ ਕੱਪੜੇ ਤੇ ਕੁਝ ਜ਼ਰੂਰੀ ਚੀਜ਼ਾਂ ਬਾਥਰੂਮ ਵਿੱਚ ਹੀ ਭੁੱਲ ਗਈ। ਕੁਝ ਮਿੰਟ ਬਾਅਦ ਮੈਂ ਦੇਖਿਆ ਤਾਂ ਮੇਰੀ ਨਣਦ ਬਾਥਰੂਮ ਦੇ ਅੰਦਰ ਹੀ ਸੀ। ਬਾਥਰੂਮ ਦਾ ਦਰਵਾਜ਼ਾ ਤਾਂ ਬੰਦ ਸੀ ਪਰ ਸ਼ਾਇਦ ਅੰਦਰ ਤੋਂ ਲੌਕ ਨਹੀਂ ਸੀ। ਮੈਂ ਹਲਕਾ ਜਿਹਾ ਦਰਵਾਜ਼ਾ ਖੜਕਾਇਆ ਪਰ ਉਸਨੇ ਨਹੀਂ ਖੋਲ੍ਹਿਆ ਅਤੇ ਨਾ ਹੀ ਕੋਈ ਜਵਾਬ ਦਿੱਤਾ। ਇਸ ਲਈ ਮੈਂ ਬਾਥਰੂਮ ਦੇ ਅੰਦਰ ਹੀ ਚਲੀ ਗਈ। ਪਰ ਸਾਹਮਣੇ ਦਾ ਨਜ਼ਾਰਾ ਦੇਖ ਕੇ ਤਾਂ ਮੈਂ ਹੈਰਾਨ ਹੀ ਰਹਿ ਗਈ। ਮੇਰੀ ਨਣਦ ਨੇ ਹੱਥਾਂ ਵਿੱਚ ਦਸਤਾਨੇ ਪਾਏ ਹੋਏ ਸਨ, ਚਿਹਰੇ 'ਤੇ ਮਾਸਕ ਲਗਾਇਆ ਹੋਇਆ ਸੀ ਅਤੇ ਉਹ ਮੇਰੀਆਂ ਚੀਜ਼ਾਂ ਨੂੰ ਇਸ ਤਰ੍ਹਾਂ ਚੁੱਕ ਕੇ ਡਸਟਬਿਨ ਵਿੱਚ ਸੁੱਟ ਰਹੀ ਸੀ ਜਿਵੇਂ ਉਹ ਦੁਨੀਆ ਦੀ ਸਭ ਤੋਂ ਗੰਦੀਆਂ ਚੀਜ਼ਾਂ ਹਨ। ਬਸ ਹੁਣ ਮੈਨੂੰ ਗੁੱਸਾ ਆ ਗਿਆ ਅਤੇ ਮੈਂ ਕਿਹਾ ਕਿ ਇਹ ਕੀ ਕਰ ਰਹੀ ਹੈ, ਪਰ ਉਸਨੇ ਮੇਰੀਆਂ ਚੀਜ਼ਾਂ ਨੂੰ ਪਹਿਲਾਂ ਹੀ ਕੂੜੇਦਾਨ ਵਿੱਚ ਸੁੱਟ ਦਿੱਤਾ ਸੀ। ਮੈਂ ਕਿਹਾ ਕਿ ਇਹ ਮੇਰਾ ਨਵਾਂ ਸੂਟ ਸੀ। ਤਾਂ ਉਹ ਕਹਿਣ ਲੱਗੀ, ਕਿੱਥੇ ਤੋਂ ਨਵਾਂ ਸੀ, ਇਹ ਤਾਂ ਬਹੁਤ ਹੀ ਗੰਦਾ ਸੀ। ਅੱਜ ਮੇਰਾ ਸਬਰ ਟੁੱਟ ਚੁੱਕਿਆ ਸੀ। ਮੈਨੂੰ ਇਹ ਸੂਟ ਮੇਰੇ ਪਤੀ ਨੇ ਵਿਆਹ ਦੇ ਤੋਹਫੇ ਦੇ ਤੌਰ 'ਤੇ ਦਿੱਤਾ ਸੀ। ਮੈਂ ਕਿਹਾ ਕਿ ਕਿਤੇ ਤੂੰ ਪਾਗਲ ਤਾਂ ਨਹੀਂ ਹੋ ਗਈ, ਤੂੰ ਕਿਸ ਤਰ੍ਹਾਂ ਦੀਆਂ ਹਰਕਤਾਂ ਕਰ ਰਹੀ ਹੈ। ਮੇਰੇ ਨਵੇਂ ਸੂਟ ਨੂੰ ਕੂੜੇ ਵਿੱਚ ਪਾ ਦਿੱਤਾ ਹੈ ਅਤੇ ਫਿਰ ਮੂੰਹ ਫਾੜ ਕੇ ਉਸਨੂੰ ਗੰਦਾ ਵੀ ਕਹਿ ਰਹੀ ਹੈ। ਤੈਨੂੰ ਪਤਾ ਹੈ ਇਹ ਸੂਟ ਤੇਰੇ ਭਾਈ ਨੇ ਮੈਨੂੰ ਗਿਫਟ ਦਿੱਤਾ ਸੀ। ਮੇਰੀ ਨਣਦ ਕਹਿਣ ਲੱਗੀ, ਆਪਣੇ ਗੰਦੇ ਹੱਥਾਂ ਨਾਲ ਮੈਨੂੰ ਹੱਥ ਨਾ ਲਗਾ। ਇਹ ਸੁਣ ਕੇ ਮੈਂ ਹੈਰਾਨ ਰਹਿ ਗਈ। ਉਸਨੇ ਮੇਰਾ ਹੱਥ ਝਟਕ ਦਿੱਤਾ ਅਤੇ ਆਪਣੇ ਹੱਥਾਂ ਅਤੇ ਬਾਹਾਂ ਨੂੰ ਧੋਣ ਲੱਗੀ ਅਤੇ ਕਹਿਣ ਲੱਗੀ, ਤੂੰ ਤਾਂ ਬਹੁਤ ਜ਼ਿਆਦਾ ਗੰਦੀ ਹੈ। ਅੱਜ ਤਾਂ ਮੈਂ ਗੁੱਸੇ ਵਿੱਚ ਪਾਗਲ ਹੋ ਗਈ ਅਤੇ ਮੇਰਾ ਪਤੀ ਵੀ ਆ ਗਿਆ। ਮੈਂ ਉਸਨੂੰ ਸਾਰੀ ਗੱਲ ਦੱਸ ਦਿੱਤੀ। ਉਹ ਵੀ ਹੈਰਾਨ ਹੋਇਆ ਕਿ ਵੱਡੀ ਭਾਬੀ ਨਾਲ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੀ ਹੈ। ਤਾਂ ਉਸਨੇ ਆਪਣੇ ਭਾਈ ਨੂੰ ਵੀ ਕਹਿ ਦਿੱਤਾ ਕਿ ਤੁਸੀਂ ਜਦੋਂ ਘਰ ਆਉਂਦੇ ਹੋ ਤਾਂ ਪਹਿਲਾਂ ਨਹਾਇਆ ਕਰੋ। ਮੇਰੇ ਪਤੀ ਨੇ ਕਿਹਾ ਕਿ ਇੱਥੋਂ ਚੱਲ, ਇਸ ਨਾਲ ਝਗੜਾ ਕਰਨ ਦੀ ਜ਼ਰੂਰਤ ਨਹੀਂ ਹੈ। ਮੈਂ ਕਿਹਾ ਕਿ ਠੀਕ ਹੈ ਅਤੇ ਮੈਂ ਕਮਰੇ ਵਿੱਚ ਆ ਗਈ, ਪਰ ਮੈਨੂੰ ਬਹੁਤ ਗੁੱਸਾ ਆ ਰਿਹਾ ਸੀ। ਮੈਂ ਕਿਹਾ ਕਿ ਦੇਖ ਲਓ ਤੁਸੀਂ, ਉਸ ਦੀਆਂ ਹਰਕਤਾਂ ਕਿਹੋ ਜਿਹੀਆਂ ਹਨ। ਸਾਨੂੰ ਦੋਵਾਂ ਨੂੰ ਕਿੰਨੇ ਆਰਾਮ ਨਾਲ ਗੰਦਾ ਕਹਿ ਰਹੀ ਹੈ। ਅਸੀਂ ਕੀ ਗੰਦਗੀ ਕੀਤੀ ਹੈ। ਮੇਰੇ ਪਤੀ ਨੇ ਕਿਹਾ ਕਿ ਮੈਨੂੰ ਤਾਂ ਕੁਝ ਹੋਰ ਹੀ ਲੱਗ ਰਿਹਾ ਹੈ ਕਿ ਕਿਤੇ ਇਹ ਪਾਗਲ ਤਾਂ ਨਹੀਂ ਹੋ ਗਈ। ਉਸ ਤੋਂ ਬਾਅਦ ਉਸਨੇ ਹੋਰ ਵੀ ਅਜਿਹੀਆਂ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ। ਕਦੇ ਧੋਤੇ ਹੋਏ ਕੱਪੜਿਆਂ ਨੂੰ ਦੁਬਾਰਾ ਧੋਣ ਲੱਗ ਜਾਂਦੀ, ਸਾਫ਼ ਕੀਤੇ ਹੋਏ ਭਾਂਡਿਆਂ ਨੂੰ ਫੇਰ ਸਾਫ਼ ਕਰਨ ਲੱਗ ਜਾਂਦੀ। ਕਦੇ ਮੇਰੇ ਹੱਥਾਂ ਦੀ ਬਣੀ ਹੋਈ ਰੋਟੀ ਨਾ ਖਾਂਦੀ ਅਤੇ ਕਹਿੰਦੀ ਕਿ ਤੂੰ ਰੋਟੀ ਸਾਫ਼ ਢੰਗ ਨਾਲ ਨਹੀਂ ਬਣਾਈ ਹੈ। ਇੱਕ ਦਿਨ ਤਾਂ ਹੱਦ ਹੀ ਹੋ ਗਈ। ਅਸੀਂ ਤਿੰਨੋਂ ਬੈਠੇ ਸੀ। ਮੇਰੇ ਪਤੀ ਨੇ ਅਚਾਨਕ ਛਿੱਕ ਮਾਰੀ ਤਾਂ ਮੇਰੀ ਨਣਦ ਉੱਠ ਕੇ ਦੂਰ ਚਲੀ ਗਈ ਅਤੇ ਕਹਿਣ ਲੱਗੀ, ਤੁਸੀਂ ਛਿੱਕ ਮਾਰੀ ਹੈ, ਤੁਸੀਂ ਆਪਣੇ ਕੀਟਾਣੂ ਮੇਰੇ ਉੱਪਰ ਸੁੱਟ ਦਿੱਤੇ ਹਨ ਤਾਂ ਜੋ ਮੈਂ ਮਰ ਜਾਵਾਂ।
ਤੁਸੀਂ ਮੈਨੂੰ ਆਪਣੇ ਕੀਟਾਣੂਆਂ ਨਾਲ ਮਾਰਨਾ ਚਾਹੁੰਦੇ ਹੋ। ਉਸਨੇ ਆਪਣੇ ਮੂੰਹ ਤੇ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਬੇਹੋਸ਼ ਹੋ ਗਈ। ਅਸੀਂ ਇੱਕਦਮ ਹੈਰਾਨ ਰਹਿ ਗਏ ਅਤੇ ਉਸਨੂੰ ਫਟਾਫਟ ਡਾਕਟਰ ਕੋਲ ਲੈ ਗਏ ਤਾਂ ਡਾਕਟਰ ਨੇ ਕਿਹਾ ਕਿ ਇਸ ਨੂੰ OCD ਨਾਮ ਦੀ ਬਿਮਾਰੀ ਹੈ, ਜਿਸ ਵਿੱਚ ਇਨਸਾਨ ਬਹੁਤ ਜ਼ਿਆਦਾ ਸਫਾਈ ਪਸੰਦ ਹੋ ਜਾਂਦਾ ਹੈ ਅਤੇ ਜੇਕਰ ਕੋਈ ਉਸਦੇ ਸਾਹਮਣੇ ਛਿੱਕ ਵੀ ਮਾਰਦਾ ਹੈ ਤਾਂ ਉਹ ਕਹਿੰਦਾ ਹੈ ਕਿ ਮੈਂ ਮਰ ਜਾਵਾਂਗੀ, ਮੈਨੂੰ ਕੀਟਾਣੂ ਲੱਗ ਜਾਣਗੇ। ਇਸੇ ਲਈ ਵਾਰ-ਵਾਰ ਚੀਜ਼ਾਂ ਨੂੰ ਸਾਫ਼ ਕਰਦੀ ਸੀ ਅਤੇ ਮੇਰੇ ਬਾਥਰੂਮ ਵਿੱਚੋਂ ਬਾਹਰ ਆਉਣ ਤੋਂ ਬਾਅਦ ਵੀ ਸਾਰੀਆਂ ਚੀਜ਼ਾਂ ਸਾਫ਼ ਕਰਦੀ ਸੀ। ਉਸਨੇ ਮੇਰੇ ਸਮਾਨ ਨੂੰ ਵੀ ਗੰਦਾ ਸਮਝ ਕੇ ਕੂੜੇਦਾਨ ਵਿੱਚ ਸੁੱਟ ਦਿੱਤਾ ਸੀ। ਉਸਦੀ ਬਿਮਾਰੀ ਹੁਣ ਬਹੁਤ ਜ਼ਿਆਦਾ ਵੱਧ ਚੁੱਕੀ ਸੀ। ਡਾਕਟਰ ਨੇ ਕਿਹਾ ਕਿ ਕੁਝ ਦਿਨਾਂ ਲਈ ਉਸਨੂੰ ਹਸਪਤਾਲ ਵਿੱਚ ਹੀ ਰੱਖਣਾ ਹੋਵੇਗਾ। ਇਹ ਤੁਹਾਡੇ ਨਾਲ ਰਹਿਣ ਦੇ ਕਾਬਿਲ ਨਹੀਂ ਹੈ। ਉਸਦੀ ਬਿਮਾਰੀ ਦਾ ਇਲਾਜ ਸ਼ੁਰੂ ਕੀਤਾ ਗਿਆ। ਉਹ ਹੌਲੀ-ਹੌਲੀ ਠੀਕ ਹੋਣ ਲੱਗੀ। ਮੇਰੀ ਨਣਦ ਨੂੰ ਸਫਾਈ ਦੀ ਬਿਮਾਰੀ ਸੀ ਅਤੇ ਮੈਂ ਪਤਾ ਨਹੀਂ ਉਸਦੇ ਬਾਰੇ ਕੀ ਕੁਝ ਸੋਚਦੀ ਰਹੀ। ਉਸਨੂੰ ਤਾਂ ਮਦਦ ਦੀ ਜ਼ਰੂਰਤ ਸੀ। ਉਸਨੂੰ ਬਹੁਤ ਪਿਆਰ ਨਾਲ ਸਮਝਾਇਆ ਗਿਆ, ਪਰ ਇਹ ਸਭ ਕੁਝ ਬਿਲਕੁਲ ਵੀ ਆਸਾਨ ਨਹੀਂ ਸੀ। ਡਾਕਟਰ ਨੇ ਕਿਹਾ ਕਿ ਤੁਹਾਡੀ ਨਣਦ ਦੇ ਮਾਂ-ਬਾਪ ਇਸ ਦੁਨੀਆ ਵਿੱਚ ਨਹੀਂ ਹਨ। ਉਹ ਦੁਖੀ ਰਹਿੰਦੀ ਹੈ। ਇਨਸਾਨ ਜਦੋਂ ਇਸ ਤਰ੍ਹਾਂ ਦੇ ਦੁੱਖਾਂ ਵਿੱਚੋਂ ਗੁਜ਼ਰਦਾ ਹੈ ਤਾਂ ਫਿਰ ਉਸਦਾ ਦਿਮਾਗ ਇਹਨਾਂ ਦੁੱਖਾਂ ਨਾਲ ਲੜਨ ਦੀ ਕੋਸ਼ਿਸ਼ ਕਰਦਾ ਹੈ। ਹਰ ਇਨਸਾਨ ਦਾ ਆਪਣਾ ਤਰੀਕਾ ਹੁੰਦਾ ਹੈ ਅਤੇ ਇਸ ਤਰ੍ਹਾਂ ਇਨਸਾਨ ਇਸ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਮੇਰੇ ਪਤੀ ਨੇ ਦੱਸਿਆ ਕਿ ਮੇਰੀ ਮੰਮੀ ਨੂੰ ਵੀ ਸਫਾਈ ਦਾ ਬਹੁਤ ਸ਼ੌਂਕ ਸੀ। ਸ਼ਾਇਦ ਇਸ ਗੱਲ ਦਾ ਮੇਰੀ ਨਣਦ ਦੀ ਬਿਮਾਰੀ ਨਾਲ ਕੋਈ ਨਾ ਕੋਈ ਸੰਬੰਧ ਜ਼ਰੂਰ ਸੀ। ਅਸੀਂ ਉਸ ਦਾ ਇਲਾਜ ਕਰਵਾਇਆ ਅਤੇ ਉਹ ਪਹਿਲਾਂ ਤੋਂ ਠੀਕ ਵੀ ਹੋ ਗਈ। ਡਾਕਟਰ ਨੇ ਕਿਹਾ ਕਿ ਇਸ ਤਰ੍ਹਾਂ ਦੇ ਮਰੀਜ਼ ਠੀਕ ਹੋ ਜਾਂਦੇ ਹਨ ਜੇਕਰ ਉਹਨਾਂ ਨੂੰ ਸਹੀ ਇਲਾਜ ਮਿਲੇ। ਹੁਣ ਉਹ ਸਾਡੇ ਨਾਲ ਹੀ ਰਹਿੰਦੀ ਹੈ ਅਤੇ ਚੰਗੇ ਤਰੀਕੇ ਨਾਲ ਪੇਸ਼ ਆਉਂਦੀ ਹੈ। ਅਸੀਂ ਵੀ ਉਸ ਦਾ ਬਹੁਤ ਧਿਆਨ ਰੱਖਦੇ ਹਾਂ, ਪਰ ਪਤਾ ਨਹੀਂ ਉਸ ਨਾਲ ਕੌਣ ਵਿਆਹ ਕਰੇਗਾ, ਕਿਉਂਕਿ ਬਿਨਾਂ ਦੱਸੇ ਉਸ ਦਾ ਵਿਆਹ ਕਰਵਾ ਦੇਣਾ ਤਾਂ ਧੋਖਾ ਹੀ ਹੋਵੇਗਾ ਅਤੇ ਬਾਅਦ ਵਿੱਚ ਸਾਡੀ ਭੈਣ ਲਈ ਵੀ ਦਿੱਕਤ ਹੋਵੇਗੀ। ਇਸ ਲਈ ਅਸੀਂ ਕਿਸੇ ਨੂੰ ਧੋਖਾ ਨਹੀਂ ਦੇਣਾ ਚਾਹੁੰਦੇ ਸੀ। ਉਹ ਇੱਕ ਮਰੀਜ਼ ਹੈ। ਉਸਨੂੰ ਆਪ ਵੀ ਨਹੀਂ ਪਤਾ ਕਿ ਉਸਦੇ ਨਾਲ ਕੀ ਹੋ ਰਿਹਾ ਹੈ। ਮੈਂ ਉਸ ਲਈ ਅਰਦਾਸ ਕਰਦੀ ਹਾਂ ਅਤੇ ਉਸ ਦਾ ਖਿਆਲ ਵੀ ਰੱਖਦੀ ਹਾਂ। ਤਾਂ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਉਮੀਦ ਕਰਦੇ ਹਾਂ ਕਿ ਤੁਹਾਨੂੰ ਪਸੰਦ ਆਈ ਹੋਵੇਗੀ। ਤੁਹਾਡਾ ਕੀ ਕਹਿਣਾ ਹੈ ਇਸ ਕਹਾਣੀ ਦੇ ਬਾਰੇ ਵਿੱਚ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਦਬਾ ਕੇ ਆਲ 'ਤੇ ਸੈੱਟ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਤੁਰੰਤ ਮਿਲ ਜਾਵੇ। ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਵਿੱਚ। ਤਦ ਤੱਕ ਲਈ ਧੰਨਵਾਦ।